जानी नचे बजे बाबा रूप करे श्रृंगार उच्चे कुके बदा गावे जोदा का विचार मूर्ख हिकमत हुज्जत संजय करे प्यार धर्मी धर्म करे कबावे मंगे मोख द्वार जति सदा जुक्त न जाने छट बे करवार सबको बुरा प्यो वह घट न कोई आखे पत परवाने पिछे पये त नानक तोले जापे महल पहला तुर कर्म जना को तुद पाया तातनी जिंदगी बस कुछ नहीं एक आप जिथे तुत सचे ही सच समाया वाहिगुरु 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 मेरे सतगुर बाजों जी होर कौन दिलां दियां जाने मेरे साहिब बाजों जी होर तां कौन दिलां दियां जाने कौन दिलां दियां जाने कौन दिलां दियां जाने और तां मेरे सतगुर बाजो जी होर कौन दिलां दियां जाने जाने सतगुर बाजो कौन दिलां दियां जाने आपे जाने करे आप आपे आने रास तिसे अगे नानक खले कीचे अरदास परम सत्कार जो गुरां की साजी और नवाजी हुई साध संगत जी अमृत वेले गुरुआं दे गुरु तन 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 जगत जोत सब श्री गुरु ग्रंथ साहब महाराज सच्चे पातशाह जी 11वें गुरु जिन्हां दे पावन और पवित्र चरणों दे विच आपां सारे जुड़ के ਅੰਮ੍ਰਿਤਮਈ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਅਖੰਡ ਬਾਣੀ ਦੇ ਜਾਪ ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਹਨ ਕਬੀਰ ਸੁੱਤਾ ਕਿਆ ਕਰ ਉੱਠ ਕੇ ਨਾ ਜਪੈ ਮੁਰਾਰ एक दिन सोबन होए गो लांबे गोंड पसार कल संगरांद का दिहाड़ा सी अज 2 जेठ हो गया जेठ की संगरांद सी कल
ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਹੀ ਹਾਜ਼ਰੀਆਂ ਭਰੀਆਂ। ਬੇਅੰਤ ਕਥਾਵਾਚਕ ਆਏ, ਬੇਅੰਤ ਕੀਰਤਨ ਵਾਲੇ ਸਿੰਘ ਆਏ। ਤੇ ਦੂਰ ਦਰਾਡਿਆਂ ਤੋਂ ਜਿਨ੍ਹਾਂ ਸੰਗਤਾਂ ਦਾ ਪਿਆਰ ਸੀ, ਕਰਫਿਊ ਦੇ ਬਾਵਜੂਦ ਸਰਕਾਰ ਨੇ ਵੀ ਭਾਵੇਂ ਥਾਂ ਥਾਂ 'ਤੇ ਉਹ ਜਿਤਨੇ ਪੁਲਿਸ ਵਾਲੇ ਨੇ ਉਹਨਾਂ ਨੇ ਖੜ੍ਹ ਕੇ ਪਹਿਰਾ ਵੀ ਦਿੱਤਾ ਹੈ, ਪਰ ਜਿਨ੍ਹਾਂ ਦਾ ਆਪਣੇ ਗੁਰੂ ਦੇ ਨਾਲ ਅਥਾਹ ਪਿਆਰ ਹੈ, ਉਹ ਕਹਿੰਦੇ ਝੱਖੜ ਝਾਂਗੀ ਮੀਂਹੋਂ ਵਰਸੈ ਭੀਵ ਦੇ ਗੁਰ ਦੇਖਣ ਜਾਈ। ਅਸੀਂ ਆਪਣੇ ਗੁਰੂ ਕੋਲ ਜਾਣਾ ਹੈ, ਆਪਣੇ ਮਹਾਂਪੁਰਖਾਂ ਦੇ ਨਾਲ ਜਿਨ੍ਹਾਂ ਦੇ ਨਾਲ ਸਾਡਾ ਪਿਆਰ ਹੈ। ਉੱਥੇ ਜਾ ਕੇ ਅਸੀਂ ਉਹਨਾਂ ਦੇ ਦਰਸ਼ਨ ਕਰਨੇ ਹੈ। ਪਰ ਕਹਿਣ ਤੋਂ ਭਾਵ ਸੀ ਵੀ ਕੱਲ੍ਹ ਵੀ ਸੰਗਰਾਂਦ ਜਿਹੜੀ ਉਹ ਜੇਠ ਦੀ ਬਹੁਤ ਭਰੀ ਹੈ। ਇਹ ਜਿਹੜੇ ਦਿਨ ਚੱਲ ਰਹੇ ਨੇ ਮਹਾਨ ਸ਼ਹਾਦਤਾਂ ਦੇ ਦਿਨ ਹਨ, ਕਿਉਂਕਿ ਜੇਠ ਦਾ ਮਹੀਨਾ ਸੀ। ਜਿਸ ਜੇਠ ਦੇ ਮਹੀਨੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਪਾਵਨ ਪਵਿੱਤਰ ਸ਼ਹਾਦਤ ਹੋਈ, ਤੇ 14 ਤਰੀਕ ਦੀ ਸੰਗਰਾਂਦ ਸੀ ਤੇ 12 ਤਰੀਕ ਨੂੰ ਧੰਨ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਚੱਪੜਚਿੜੀ ਦੇ ਮੈਦਾਨ ਅੰਦਰ ਉਹ ਸੂਬਾ ਸਰਹੰਦ ਪਾਪੀ ਦਾ ਕੀਰਤਨ ਸੋਹਲਾ ਪੜ੍ਹਿਆ ਸੀ। ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ, ਜਿਨ੍ਹਾਂ ਨੇ ਬੜੀ ਘਾਲਣਾ ਘਾਲੀ, ਇੱਕ ਉਸ ਮਿਰਗਣੀ ਦੇ ਤੀਰ ਮਾਰਨ ਦੇ ਨਾਲ ਉਹਨਾਂ ਨੂੰ ਬੈਰਾਗ ਲੱਗਿਆ। 3 ਗੁਰੂਆਂ ਦੇ ਲੜ ਲੱਗੇ, ਪਰ ਤਿੰਨਾਂ ਨੇ ਪਾਰ ਨਹੀਂ ਲਾਇਆ, ਰਿੱਧੀਆਂ ਸਿੱਧੀਆਂ ਜ਼ਰੂਰ ਦੇਤੀਆਂ। ਮਹਾਰਾਜ ਕਹਿੰਦੇ ਰਿੱਧ ਸਿੱਧ ਨਾਵੇ ਕੀ ਦਾਸੀ। ਰਿੱਧੀਆਂ ਤੇ ਸਿੱਧੀਆਂ ਤਾਂ ਇਹ ਨਾਮ ਜਪਣ ਵਾਲੇ ਦੀਆਂ ਇੱਕ ਦਾਸੀਆਂ ਨੇ, ਗੋਲੀਆਂ ਸੇਵਾਦਾਰਨੀਆਂ ਕਹਿ ਲਓ। ਕੋਈ ਵੀ ਮਨੁੱਖ ਹੈ ਨਾਮ ਜਪਦਾ ਨਾ, ਇਹ ਪਹਿਲੀ ਸਟੇਜ ਹੈ। ਮੈਂ ਬੜੇ ਵਾਰੀ ਪਿੱਛੇ ਅਰਜ਼ ਕਰਕੇ ਆਇਆ, ਨਾਮ ਜਪਣ ਵਾਲੇ ਦੀ ਸਭ ਤੋਂ ਪਹਿਲੀ ਸਟੇਜ ਹੀ ਹੈ ਵੀ ਰਿੱਧੀ ਸਿੱਧੀ ਆ ਜਾਣੀ, ਚਮਤਕਾਰ ਕਹਿ ਦੇਣਾ ਉਹਨੂੰ। ਅੱਜ ਦੇ ਸਮੇਂ ਵਿੱਚ ਅਖੌਤੀ ਪ੍ਰਚਾਰਕ ਉਹਨੂੰ ਚਮਤਕਾਰੀ ਕਹਿ ਦਿੰਦੇ, ਵੀ ਇਹ ਚਮਤਕਾਰ ਕਰਕੇ ਵਿਖਾਉਂਦੇ ਨੇ। ਪਰ ਮੈਂ ਇਹ ਕਹਿਣਾ ਵੀ ਜਿਹਦੀ ਦੁਕਾਨ ਉੱਤੇ ਸੌਦਾ ਹੋਊਗਾ ਉਹੀ ਵੇਚੂਗਾ। ਜੇ ਕਿਸੇ ਕੋਲ ਚਮਤਕਾਰ ਨਹੀਂ ਨਾ, ਉਹ ਦਿਖਾ ਨਹੀਂ ਸਕਦਾ। ਜਿਸ ਦੁਕਾਨ ਉੱਤੇ ਸੌਦਾ ਹੀ ਨਹੀਂ, ਹੁਣ ਉਹ ਕੀ ਕਹਿ ਦੂਗਾ ਵੀ ਆ ਜਾਓ ਮੇਰੀ ਦੁਕਾਨ ਉੱਤੇ ਇੰਨਾ ਸੌਦਾ ਪਿਆ, ਲੈ ਜਾਓ ਆ ਕੇ। ਇਸ ਕਰਕੇ ਵੀ ਇੱਕ ਘਾਲਣਾ ਘਾਲਣੀ ਪੈਂਦੀ ਹੈ, ਫਿਰ ਕਿਤੇ ਜਾ ਕੇ ਰਿੱਧੀ ਤੇ ਸਿੱਧੀ। ਮਹਾਰਾਜ ਕਹਿਣ ਲੱਗੇ ਸਿੱਧੀ ਸ਼ਬਦ ਸਿੱਧੀ, ਜਿਹੜਾ ਵੀ ਜ਼ੁਬਾਨ ਵਿੱਚੋਂ ਬੋਲ ਦਿੱਤਾ ਉਹ ਪੂਰਾ ਹੋ ਜਾਣਾ, ਇਹਨੂੰ ਸਿੱਧੀ ਕਹਿੰਦੇ ਨੇ। ਇੱਕ ਕਹਿੰਦੇ ਨੇ ਰਿੱਧੀ। ਰਿੱਧੀ ਦਾ ਭਾਵ ਕੀ ਹੈ? ਸਰੀਰ ਵਿੱਚ ਬਾਹੂ ਬਲ ਆ ਜਾਣਾ, ਸਰੀਰ ਨੂੰ ਵਧਾ ਲੈਣਾ, ਘਟਾ ਲੈਣਾ, ਮੋਟਾ ਕਰ ਲੈਣਾ, ਪਤਲਾ ਕਰ ਲੈਣਾ, ਇਹਨੂੰ ਕਹਿੰਦੇ ਨੇ ਰਿੱਧੀ। ਸਿੱਧੀ ਦਾ ਭਾਵ ਵੀ ਮੈਂ ਪਹਿਲਾਂ ਅਰਜ਼ ਕਰ ਦਿੱਤੀ ਵੀ ਇਹ ਸ਼ਬਦ ਸਿੱਧੀ ਹੋ ਜਾਂਦੀ ਹੈ। ਬੋਲ ਕਰਤਾ, ਬਚਨ ਕਰ ਦਿੱਤਾ ਵੀ ਸੰਤਾਂ ਨੇ ਮੈਨੂੰ ਆਹ ਬਚਨ ਕਰਿਆ ਸੀ। ਦੇਖੋ ਜੇ ਉਹਨਾਂ ਕੋਲੇ ਕੁਝ ਹੈ, ਉਹਨਾਂ ਨੇ ਬੋਲ ਕਰੇ, ਬਚਨ ਕਰੇ, ਤੇ ਤਾਂ ਹੀ ਤਾਂ ਸਾਡਾ ਬੇੜਾ ਪਾਰ ਹੋਇਆ ਨਾ। ਤੇ ਰਿੱਧੀ ਹੈ ਸਰੀਰ ਵਿੱਚ ਬਾਹੂ ਬਲ ਆ ਜਾਣਾ। ਇੱਥੇ ਵਿੱਚ ਜਿਵੇਂ ਧੰਨ ਬਾਬਾ ਉੱਤਰ ਦੇਵ ਜੀ ਮਹਾਰਾਜ ਮੰਗੇਵਾਲ ਵਾਲੇ
संत अतर सिंह जी मस्तूआणा साहब वाले, संत बाबा नारायण सिंह जी मोनी महापुरख, जिन्हों ने मन की बुझ लैनी। असल साधु की निशानी तो यही है, पर ये थोड़िया थोड़िया चीज़ां ने जड़ियाँ रिद्धियाँ सिद्धियाँ नाम जपण वालियाँ बंदगी करन वालियां कोले आउणियां शुरू हो जांदियां ने। पर उदों अगे एक स्टेज होर है जिहड़ी वो परमात्मा नूं मिलण दी है, पर इत्थे कई मनुख उलझ जांदे ने। भगत कबीर जी के समय विच परमात्मा रूपी राजे ने एक किला बना लिया, 9 मंजिला किला बना लिया। उस किले दी 9 मंजिलां ने 9 चवारे ने भाव कह लो। तहाँ राजा उपर चढ़ के बैठ गया, बाहर बोर्ड लिख के ला दिता, जिहड़ा मैनू भाल लूगा ये महल उहदा ही है, इहदे विच हीरे भी ने, इहदे विच जवाहरात भी ने, इहदे विच सोना भी है, चांदी भी है, बड़ा धन पदार्थ पे भरिया पिया। भाव ये 9 दे 9 चवारे जिहड़े है ना पूरे भरे हुए ने, पर शर्त है जिहड़ा मैनू भाल लूगा उहनूं मिल जूगा ये। तो राजा सी जिहड़ा परमात्मा रूपी राजा सी, वो ताहां वाली उपरली मंजिल विच जाके बह गया, जिन्हों महाराज जी फरमान करदे हैं 9 दवारे साध साध कहाया। कहते 9 दवारिਆਂ ਨੂੰ ਸਾਧਨਾ ਪੈਂਦਾ, फिर किते साध दी जिहड़ी वो पदवी संतां दी आउंदी आ। अज तां बाहले ने इट ਚੱਕੀ तो संत निकलते ने, बाबे निकलते ने, पर पुराने समय विच वो नीति वाला लिखता है, बन बन में चंदन ने गिर गिर मानक नाए, गज गज में मोती नहीं संत ना पुर पुर माहे। पर पुराने समय विच संत नूं जे पूरे संत नूं मत्था टेक के कहंदे भी तुसी महापुरख हो, कहंदे ना ना वाहिगुरू भाई मैं नहीं हाँ। अज दे समय विच पूरा महाराज अज तक धन गुरु ग्रंथ साहब महाराज, देखो उन्होंने मान देना। अज दे समय विच कहो भी धन गुरु ग्रंथ साहब महाराज जी पूरे ने, पर ये अधूरे कहणगे नहीं 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 सानू बड़ा कुछ दिता है, भाव इन्हां कोले जे कुछ नहीं है। हुण राजा उपरली मंजिल विच बैठ गया चढ़ के, ते प्यार विच आके बोर्ड पढ़िया, हर एक पढ़दा है, पढ़ के अंदर बढ़ जांदा है, पहली मंजिल विच जांदा है। पहली मंजिल की भी किसी ने नितनेम करना, कोई शब्द सिद्धि कर लैनी, सिद्धि कर लैनी। महाराज जी कहण लगे जो पहली मंजिल विच देखिया भी उत्थे तां पैसे पए ने बड़े, आले दाले वो जिहड़ा महल बनिया मीनाकारी है बड़ी, उहदे विच उलझ गया, गेड़ा दिता। परमात्मा दा वो जिहड़ा गेड़ा है, महाराज जी कहंदे बाल जवानी अर बिरध फन तीन अवस्था जान। किसी का गेड़ा 40 साल का, किसी का 50 साल का, किसी का 100 साल का, गेड़ा दिता वापस मुड़ाया, ना कुछ प्राप्त होया। एक उदों अगे दूजी मंजिल विच पहुँच गया, उन्होंने कह लो भी एक आम वधिया चलो इंसान ने, संत ने वधिया। उन्होंने थोड़ा बहुता जो उत्थों देखा भी चलो इत्थे सोने का कुछ समान पिया, मोहरां पईयां, उन्होंने लईयां, वो भी वापस मुड़ाए। ये गुरबाणी विच महाराज जी फरमान करदे हन, किनी ही बन जा कंसी तांबा, किनी ही लौंग सुपारी, संतो बन जा नाम गोबिंद का ऐसी खेप हमारी। कहने दुनिया के लोग भी व्यापार करते ने, कोई तांबे का करदा, कोई कंसी का करदा, कोई कासे का करदा, कोई पर साधु नाम जपण वाले संत बाबा नारायण सिंह जी मोनी महापुरख वर्गे, संत बाबा अतर सिंह जी मस्तूआणा साहब वाले महापुरखों वर्गे वो की करते ने, उन्होंने गुरु ग्रंथ साहब महाराज की पावन बाणी ने कहा, सानू नहीं कहा, सानू पता महाराज जी कहते ने करतूत पशु की मानस जात। क्योंकि महाराज जी कहने हजे तू तुरया ही नहीं, मंजिल वाल ही नहीं तुरया है, तो तां करके तेनू कहा जो तू मंजिल वाल तुर पिया फिर तेनू कहांगे संत सहाई जी के भवजल तारनहार, सब ते उच्चे जानिए नानक नाम प्यार। कहते अजे तू मंजिल वाल तुरया नहीं है। तो दुनिया के लोग कोई सलाह जी करता है, कोई तुर पिया, कोई रस्ते विच पहुँच गया, कोई रस्ते चों मुड़ आया,
ਪਰ ਉਹ ਪਰਮਾਤਮਾ ਤੀਕਰ ਕੋਈ ਨਹੀਂ ਪਹੁੰਚਿਆ ਹਜੇ। ਬੜਾ ਲੋਕਾਂ ਨੇ ਯਾਤਰ ਕਰਿਆ, ਪਰ ਇਹ ਸਾਰਾ ਕੁਝ ਦੇਖ ਕੇ ਭਗਤ ਕਬੀਰ ਜੀ ਕਹਿੰਦੇ ਮੈਨੂੰ ਦੱਸੋ ਕਿੱਥੇ ਹੈ। ਕਹਿੰਦੇ ਜੀ ਉਹ ਤਹਾਂ ਵਾਲੀ ਮੰਜ਼ਿਲ ਉੱਤੇ ਬੈਠਾ ਰਾਜਾ, ਉਹਦੀ ਭਾਲ ਕਰਨੀ ਹੈ। ਭਗਤ ਕਬੀਰ ਜੀ ਚੱਲ ਪਏ, ਰਸਤੇ ਵਿੱਚ ਦੇਖਿਆ ਬੜਾ ਕੁਝ ਹੈ। ਪਹਿਲੀ ਮੰਜ਼ਿਲ ਪਾਰ ਕਰ ਗਏ, ਦੂਜੀ ਕਰ ਗਏ, ਤੀਜੀ, ਚੌਥੀ, ਪੰਜਵੀਂ, ਛੇਵੀਂ, ਸੱਤਵੀਂ, ਅੱਠਵੀਂ, ਨੌਵੀਂ ਮੰਜ਼ਿਲ ਉੱਤੇ ਜਾ ਕੇ ਰਾਜੇ ਨੂੰ ਮਿਲ ਪਏ ਸਿੱਧਾ। ਜਦੋਂ ਰਾਜੇ ਨੂੰ ਮਿਲੇ, ਪਰਮਾਤਮਾ ਰੂਪੀ ਰਾਜੇ ਨੂੰ ਮਿਲੇ, ਉੱਠ ਕੇ ਪਰਮਾਤਮਾ ਨੇ ਭਗਤ ਕਬੀਰ ਜੀ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ। ਘੁੱਟ ਕੇ ਕਹਿਣ ਲੱਗੇ, ਭਗਤ ਕਬੀਰ ਉਹ ਬੜੇ ਤੁਰੇ ਸੀ ਚਾਲੇ ਥੇ ਹਰ ਮਿਲਣ ਕੋ ਵਿੱਚੇ ਅਟਕਿਓ ਚੀਤ। ਕਹਿੰਦੇ ਚੱਲੇ ਤਾਂ ਬੜੇ ਸੀ ਪਰ ਰਸਤੇ 'ਚ ਹੀ ਖੜ ਗਏ ਉਹ ਤਾਂ, ਪਰ ਤੂੰ ਆ ਗਿਆ ਤੇ ਤੂੰ ਲੈ ਹੁਣਾ ਮੇਰੇ ਵਾਲੀ ਗੱਦੀ ਤੇ ਮੇਰੇ ਤਖਤ ਉੱਤੇ ਬਹਿ ਜਾ ਤੇ ਮੈਂ ਤਾਂ ਚੱਲਿਆ। ਫਿਰ ਉੱਥੇ ਭਗਤ ਕਬੀਰ ਜੀ ਨੇ ਸ਼ਬਦ ਉਚਾਰਨ ਕਰਿਆ, ਦਾਸ ਕਬੀਰ ਚੜਿਓ ਗੜ੍ਹ ਉੱਪਰ ਰਾਜ ਲਿਓ ਅਬਨਾਸੀ। ਕਹਿੰਦੇ ਭਾਈ ਉਹ ਰਾਜੇ ਨੂੰ ਮਿਲੋ, ਬਾਕੀ ਤਾਂ ਸਾਰਾ ਕੁਝ ਤੁਹਾਡੇ ਪਿੱਛੇ ਆ ਜਾਣਾ ਪਈ। ਪਰਮਾਤਮਾ ਨੂੰ ਮਿਲੋ, ਦੁਨਿਆਵੀ ਵਸਤੂਆਂ ਪਿੱਛੇ ਆ ਜਾਣਗੀਆਂ। ਮਿਲਣ ਦੀ ਲੋੜ ਹੈ ਰੱਬ ਨੂੰ। ਹੁਣ ਜੇ ਕਹੀਏ ਵੀ ਸਾਰੇ ਹੀ ਮਿਲ ਪੈਣਗੇ, ਜਿਤਨੇ ਤੁਰੇ ਫਿਰਦੇ ਆਪਾਂ ਵੀ ਪਰਮਾਤਮਾ ਨੂੰ ਸਾਰੇ ਮਿਲ ਲਾਂਗੇ, ਬੜਾ ਔਖਾ ਹੈ। ਉਹ ਰੱਬ ਦੀ ਕਸੌਟੀ ਬੜੀ ਔਖੀ ਹੈ, ਉਹਦੇ ਵਿੱਚੋਂ ਪਾਸ ਹੋਣਾ ਬੜੀ ਔਖੀ ਗੱਲ ਹੈ। ਰੱਬ ਦੀ ਕਸਵੱਟੀ ਵਿੱਚੋਂ ਪਾਸ ਹੋਣਾ ਇਹ ਸਭ ਤੋਂ ਔਖਾ ਹੈ। ਰੱਬ ਦੀ ਕਸਵੱਟੀ ਵਿੱਚੋਂ ਪਾਸ ਹੋਏ ਗੁਰੂ ਅਮਰਦਾਸ, ਕੱਲ ਸਰਵਣ ਕੀਤਾ, ਗੁਰੂ ਦੀ ਕਸਵੱਟੀ ਵਿੱਚੋਂ ਪਾਸ ਹੋ ਗਏ। ਜਦੋਂ ਗੁਰੂ ਦੀ ਕਸਵੱਟੀ ਲੱਗਦੀ ਹੈ ਫਿਰ ਘਰ-ਬਾਰ ਵੀ ਤਿਆਗ ਦਿੰਦਾ ਮਨੁੱਖ, ਬੱਚੇ ਵੀ ਇੱਕ ਪਾਸੇ ਰਹਿ ਜਾਂਦੇ, ਕਿਉਂਕਿ ਮੋਹ ਨਹੀਂ ਰਹਿੰਦਾ। ਤਿਆਗਣ ਦੀ ਗੱਲ ਨਹੀਂ ਬਈ ਮੋਹ ਨਹੀਂ ਰਹਿੰਦਾ, ਉਹ ਕਹਿੰਦਾ ਵੀ ਇਹ ਵਸਤੂ ਝੂਠੀ ਹੈ ਸਾਰੀ। ਫਿਰ ਉਹ ਇੱਕੋ ਹੀ ਉਹਦਾ ਨਿਸ਼ਾਨਾ ਏਮ ਹੁੰਦਾ, ਨੇਮ ਹੁੰਦਾ, ਇੱਕ ਨਿਸ਼ਾਨਾ ਹੁੰਦਾ ਹੈ ਵੀ ਮੈਂ ਕਿਤੇ ਪਰਮਾਤਮਾ ਦੇ ਰਸਤੇ 'ਚੋਂ ਥੜਕ ਨਾ ਜਾਵਾਂ। ਭਗਤ ਕਬੀਰ ਜੀ ਹੁਣ ਬਹਿ ਗਏ ਉਸ ਕੁਰਸੀ ਉੱਤੇ, ਉੱਥੇ ਬੈਠ ਕੇ ਕਹਿੰਦੇ ਨੇ ਜੀ ਰਾਜ ਲਿਓ ਅਬਨਾਸੀ ਹਰੀ ਦਿਆ ਭਗਤਾਂ ਨੇ, ਰਾਜ ਲਿਓ ਅਬਨਾਸੀ ਹਰੀ ਦਿਆ ਭਗਤਾਂ ਨੇ। ਰਾਜ ਲਿਓ ਅਬਨਾਸੀ ਹਰੀ ਦਿਆ ਭਗਤਾਂ ਨੇ, ਰਾਜ ਲਿਓ ਅਬਨਾਸੀ ਹਰੀ ਦਿਆ ਭਗਤਾਂ ਨੇ। ਦਾਸ ਕਬੀਰ ਚੜਿਓ ਗੜ੍ਹ ਉੱਪਰ ਭਗਤ ਕਬੀਰ ਜੀ ਹੁਣ ਬੈਠ ਗਏ। ਰਾਜੇ ਨੇ ਕਿਹਾ ਲੈ ਹੁਣ ਤੂੰ ਮੇਰੇ ਤੀਕਰ ਪਹੁੰਚ ਕੀਤੀ ਹੈ, ਆ ਜਾ ਹੁਣ ਤੂੰ ਮੇਰਾ ਪੁੱਤਰ ਹੈ, ਤੂੰ ਮੇਰੇ ਕੋਲੇ ਬਹਿ ਜਾ। ਕੀ ਭਾਵ? ਗੁਰੂ ਗ੍ਰੰਥ ਸਾਹਿਬ ਮੜ ਤੀਕਰ ਪਹੁੰਚ ਗਏ ਭਗਤ ਕਬੀਰ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਹਿਤਾ ਭਗਤ ਕਬੀਰ ਜੀ ਜਿੱਥੇ ਮੈਂ ਬੈਠਾ ਨਾ ਤੂੰ ਬਹਿ ਜਾ, ਜਾ ਮੇਰੀ ਗੋਦ ਵਿੱਚ ਬਹਿ ਜਾ, ਚਾਹੇ ਮੇਰੇ ਬਰਾਬਰ ਤੇ ਬਹਿ ਜਾ। ਜਿੱਥੇ ਲੋਕ ਮੈਨੂੰ ਮੱਥਾ ਟੇਕਣਗੇ ਉੱਥੇ ਤੈਨੂੰ ਵੀ ਮੱਥਾ ਟੇਕਣਗੇ। ਹੋਰ ਵੀ 15 ਭਗਤ ਹੋਏ ਜਿਹੜੇ ਗੁਰੂ ਜੀ ਨੂੰ ਭਾਗੇ, ਜਿਹੜੇ ਗੁਰੂ ਜੀ ਦੀ ਉਸ ਕਸਵੱਟੀ ਦੇ ਵਿੱਚੋਂ ਪਾਸ ਹੋ ਗਏ ਤੇ ਗੁਰੂ ਜੀ ਤੀਕਰ ਪਹੁੰਚ ਕੇ ਗੁਰੂ ਜੀ ਨੇ ਕਹਿਤਾ ਜੋ ਬਹਿ ਜਾਓ, ਇਸ ਮੰਜ਼ਿਲ ਦੇ ਉੱਤੇ ਪਹੁੰਚ ਗਏ ਤੁਸੀਂ, ਆ ਕੇ ਬੈਠੋ, ਤੁਹਾਡੀ ਬੰਦਗੀ ਪੂਰੀ ਹੋ ਗਈ। ਕਿਉਂਕਿ ਜਦੋਂ ਪਰਮਾਤਮਾ ਨਾਲ ਮਿਲਾਪ ਹੋ ਜਾਵੇ ਨਾ, ਰੱਬ ਨਾਲ ਮਿਲਾਪ, ਫਿਰ ਸਮਝ ਲਓ ਇੱਕਮਿਕ ਹੋ ਜਾਂਦਾ ਮਨੁੱਖ ਜੀਵ ਤੇ ਪਰਮਾਤਮਾ। ਆਤਮਾ ਪਰਮਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ। ਕਹਿੰਦੇ ਪਰਮਾਤਮਾ ਦੇ ਵਿੱਚ ਜੀਵ ਦੀ ਆਤਮਾ ਮਿਲ ਗਈ ਜਦੋਂ, ਫਿਰ ਇੱਕ ਹੋ ਜਾਂਦਾ ਹੈ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕੁਛ ਨਾ ਹੈ। ਨਾਮ ਜਪਦਿਆਂ ਜਪਦਿਆਂ ਫਿਰ ਉਹ ਇੱਕ ਹੋ ਜਾਂਦਾ। ਹੁੰਦਾ ਕਦੋਂ ਹੈ?
ਜਦੋਂ ਕਹਦੇ ਪ੍ਰਭ ਡੋਰੀ ਹੱਥ ਮਾਰੇ। ਹੁਣ ਭਗਤ ਕਬੀਰ ਜੀ ਮਹਾਰਾਜ ਵਿਰੋਧੀ ਸੀ ਉਹਨਾਂ ਦੇ ਵੀ। ਇਹ ਚੱਲਦੀ ਆਉਂਦੀ ਹੈ ਪਾਰਟੀ ਪਹਿਲਾਂ ਤੋਂ ਲੈ ਕੇ ਅੱਜ ਵੀ ਚੱਲਦੀ ਹੈ, ਉਦੋਂ ਤੋਂ ਵੀ ਚੱਲਦੀ ਸੀ। ਹੁਣ ਵਿਰੋਧੀਆਂ ਨੇ ਚਿੱਠੀਆਂ ਪਾਤੀਆਂ ਭਗਤ ਕਬੀਰ ਜੀ ਦੇ ਘਰ ਜੱਗ ਹੈ, ਪਰ ਉਹਨਾਂ ਦੇ ਘਰ ਇੱਕ ਟਾਈਮ ਦੀ ਰੋਟੀ ਮਸਾ ਬਣਦੀ ਹੈ, ਕਦੇ ਕਦੇ ਉਹ ਵੀ ਨਹੀਂ ਬਣਦੀ। 2 ਬੱਚੇ ਨੇ, ਇੱਕ ਕਮਾਲੀ ਹੈ ਲੜਕੀ ਅਤੇ ਲੜਕਾ ਭਾਈ ਕਮਾਲਾ ਹੈ। ਭਗਤ ਕਬੀਰ ਜੀ ਅਤੇ ਮਾਤਾ ਲੋਈ 4 ਜਾਣੇ ਨੇ। ਕਈ ਵਾਰੀ ਪਾਣੀ ਪੀ ਕੇ ਪਰਮਾਤਮਾ ਦਾ ਸ਼ੁਕਰ ਕਰਕੇ ਇਸ ਤਰ੍ਹਾਂ ਹੀ ਪੈ ਜਾਂਦੇ ਨੇ, ਪਰ ਗਿਲਾ ਨਹੀਂ ਕਰਦੇ। ਰੱਬ ਨੇ ਸਾਨੂੰ ਆਹ ਨਹੀਂ ਦਿੱਤਾ, ਰੱਬ ਨੇ ਸਾਨੂੰ ਆਹ ਨਹੀਂ ਦਿੱਤਾ, ਇਹ ਨਹੀਂ ਗਿਲਾ ਕਰਦੇ। ਉਹ ਕਹਿੰਦੇ ਅੱਜ ਸਾਡੇ ਕਰਮਾਂ ਵਿੱਚ ਆਹੀ ਕੁਝ ਲਿਖਿਆ ਸੀ ਪਰਮਾਤਮਾ ਵੱਲੋਂ, ਉਹਨਾਂ ਛੱਕ ਕੇ ਆਰਾਮ ਕਰਦੇ ਨੇ। ਜੇ ਕਿਤੇ ਸਾਧੂ ਆ ਗਏ, ਸਾਧੂਆਂ ਦੀ ਮੰਡਲੀ ਆ ਗਈ, ਭਗਤ ਕਬੀਰ ਜੀ ਮਾਤਾ ਲੋਈ ਨੂੰ ਕਹਿੰਦੇ ਘਰ ਵਿੱਚ ਕੀ ਹੈ? ਕਹਿੰਦੀ ਕੁਝ ਨਹੀਂ ਹੈ। ਹੁਣ ਸਾਧੂ ਆ ਗਏ, ਕੀ ਕਰੀਏ ਫਿਰ? ਕਹਿੰਦੇ ਜਾਓ ਮਾਤਾ ਲੋਈ ਨੂੰ ਕਹਿੰਦੇ ਤੁਸੀਂ ਲਿਆਓ, ਫਿਰ ਤੁਸੀਂ ਸਮਾਨ ਕਿਸੇ ਦੁਕਾਨ ਤੋਂ ਉਧਾਰਾ ਚੁੱਕ ਲਿਆਓ, ਆਪਾਂ ਉਹਨਾਂ ਨੂੰ ਪੈਸੇ ਮੋੜ ਦਿਆਂਗੇ। ਹੁਣ ਲੋਈ ਦੁਕਾਨ 'ਤੇ ਜਾਂਦੀ ਹੈ, ਅਰਜ਼ ਕਰਦੀ ਹੈ ਕਿਰਪਾ ਕਰੋ ਮੈਨੂੰ ਕੋਈ ਭੋਜਨ ਦੇ ਦਿਓ, ਸਾਡੇ ਘਰ ਸਾਧੂ ਆਏ ਨੇ, ਅਸੀਂ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ। ਸਾਰੀਆਂ ਦੁਕਾਨਾਂ 'ਤੇ ਫਿਰ ਗਈ, ਕਿਸੇ ਨੂੰ ਨਾ ਦਿੱਤਾ। ਜਿਵੇਂ ਧੰਨ ਗੁਰੂ ਨਾਨਕ ਭਾਈ ਲਾਲੇ ਦੇ ਘਰ ਪਹੁੰਚੇ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ। ਉਸ ਭਾਈ ਸੁਭਾਗੇ ਦੇ ਘਰ ਗੁਰੂ ਨਾਨਕ ਦੇਵ ਮਹਾਰਾਜ ਜੀ ਪਹੁੰਚੇ। ਮੈਂ ਜਾ ਕੇ ਅਰਜ਼ ਕਰੀ, ਭਾਈ ਤੁਹਾਡੇ ਘਰ ਰਹਾਂਗੇ, ਹੁਣ 10 ਦਿਨ ਲਗਾਤਾਰ ਕੀਰਤਨ ਕਰਾਂਗੇ। ਖੁਸ਼ੀ ਚੜ੍ਹ ਗਈ, ਸਾਡੇ ਘਰ ਗੁਰੂ ਨਾਨਕ ਰਹਿਣਗੇ। ਅਤੇ ਪਿਆਰ ਵਿੱਚ ਆ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੇ ਘਰੇ ਦਿਨੇ ਫੇਰੀ ਪਾ ਕੇ ਆਉਂਦੇ ਨੇ, ਦਿਨੇ ਬਾਹਰ ਜਾਂਦੇ ਨੇ, ਸ਼ਾਮ ਨੂੰ ਆ ਕੇ ਭੋਜਨ ਛਕਦੇ ਨੇ। 1 ਦਿਨ 2 ਦਿਨ ਜਿਹੜਾ ਉਹ ਛਕਾਇਆ ਭੋਜਨ ਹੁਣ ਮੁੱਕ ਗਿਆ, ਸਭ ਕੁਝ ਘਰ ਦੇ ਵਿੱਚ ਸੀ। ਭਾਈ ਸੁਭਾਗੇ ਦਾ ਜਿਹੜਾ ਪੁੱਤਰ ਹੈ ਨਾ, ਉਹ ਹੈ ਲਾਲਾ, ਛੋਟਾ ਜਿਹਾ ਨਿੱਕਾ ਜਿਹਾ ਹੈ ਜੀ। ਭਾਈ ਸੁਭਾਗੇ ਦੇ ਘਰ ਵਾਲੀ ਬੀਬੀ ਗਈ, ਉਹਨੇ ਕਿਹਾ ਵੀ ਚਲੋ ਕਿਤੇ ਦੁਕਾਨ ਤੋਂ ਸਮਾਨ ਲਿਆਉਂਦੇ ਆ। ਗਈ, ਜਾ ਕੇ ਪਤਾ ਕਰਿਆ, ਨਾ ਮਿਲਿਆ। ਉਸ ਬੀਬੀ ਦੇ ਲੰਬੇ ਲੰਬੇ ਕੇਸ ਸਨ, 16 ਸ਼ਿੰਗਾਰਾਂ ਦੇ ਵਿੱਚ ਇਹ ਵੀ ਇੱਕ ਕੇਸ ਵੀ ਇੱਕ ਸੁਹਾਪਣ ਹੈ। ਮਹਾਰਾਜ ਜੀ ਕਹਿੰਦੇ ਸੋਹਣੇ ਨੱਕ ਜਿਨ ਲੰਬੜੇ ਵਾਲਾ, ਕੰਚਨ ਕਾਇਆ ਸੁਹਾਗਾ ਸੋਹੇ ਨਟਾਲਾ। ਮਹਾਰਾਜ ਜੀ ਕਹਿਣ ਲੱਗੇ ਵੀ ਇਹ ਇੱਕ ਸੁਹੱਪਣ ਹੈ, ਸੋਹਣੇ ਬਾਲ, ਲੰਬੇ ਬਾਲ ਹੋਣੇ। ਉਸ ਭੈਣ ਨੇ ਕੱਲੇ ਕੱਲੇ ਕਰਕੇ ਬਾਲ ਜਿਹੜੇ ਆਪਣੇ ਸਿਰ ਦੇ ਪੁੱਟ ਲਏ, ਅਤੇ ਪੁੱਟ ਕੇ ਬਾਲ ਸਿਰ ਦੇ ਜਿਹੜੇ ਹੈ ਨਾ ਉਹਦੀ ਇੱਕ ਡੋਰੀ ਬਣਾ ਕੇ ਵੇਚਣੀ ਸ਼ੁਰੂ ਕਰ ਦਿੱਤੀ ਸ਼ਹਿਰ ਦੇ ਵਿੱਚ, ਵੀ ਆ ਮੈਂ ਡੋਰੀ ਵੇਚਣੀ ਹੈ। ਡੋਰੀ ਵੇਚ ਕੇ ਉਹਦਾ ਪੈਸੇ ਵੱਟ ਕੇ ਉਹਦਾ ਸਮਾਨ ਲਿਜਾ ਕੇ ਗੁਰੂ ਨਾਨਕ ਨੂੰ ਭੋਜਨ ਛਕਾਉਣਾ। ਦੇਖੋ ਇੱਥੋਂ ਤੱਕ ਭਗਤ ਪਏ ਨੇ। ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਸੇ ਦੁਕਾਨ ਉੱਤੇ ਬੈਠੇ ਨੇ। ਜਾ ਕੇ ਉਸ ਭੈਣ ਨੇ, ਬੱਚੀ ਨੇ, ਬੀਬੀ ਨੇ ਸ਼ਾਹੂਕਾਰ ਅੱਗੇ ਡੋਰੀ ਰੱਖ ਦਿੱਤੀ ਆ, ਮੈਂ ਇਹਨੂੰ ਭੋਜਨ ਚਾਹੀਦਾ, ਪੈਸੇ ਦੇ ਦਿਓ ਥੋੜ੍ਹੇ ਬਹੁਤੇ ਜਿੰਨੇ ਕੁ ਬਣਦੀ ਹੈ, ਮੇਰੇ ਬਾਲ ਬੜੇ ਸੁੰਦਰ ਸਨ, ਇਹ ਮੇਰੀ ਡੋਰੀ ਹੈ। ਉਹ ਕਹਿਣ ਲੱਗੇ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਆਪ ਸਨ ਖੁਦ, ਉਹਨਾਂ ਨੇ ਡੋਰੀ ਫੜੀ ਅਤੇ ਪੈਸੇ ਦੇ ਦਿੱਤੇ। ਬੀਬੀ ਦੇ ਉਹ ਬਾਲ ਪੱਟੇ ਹੋਏ ਨੇ, ਸਿਰ ਦੇ ਉੱਪਰ ਕੱਪੜਾ ਬੰਨ੍ਹਿਆ ਹੋਇਆ ਛੋਟਾ ਜਿਹਾ, ਉਹ ਬਾਲਾਂ ਵਾਲੀ ਡੋਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚੱਕੀ, ਆਪਣੀ ਪੱਗ ਦੇ ਉੱਪਰ ਦੀ ਬੰਨ੍ਹ ਲਈ। ਸ਼ੀਸ਼ੇ ਦੇ ਉੱਤੇ ਇਹ ਪਵਿੱਤਰ ਗੁਰੂ ਕੀ ਮੋਹਰ ਹੈ, ਕੇਸ ਗੁਰੂ ਕੀ ਮੋਹਰ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਕੇਸਾਂ ਦੇ, ਵਾਹਿਗੁਰੂ ਜੀ ਉਹ ਦਸਤਾਰ ਦੇ ਉੱਪਰ ਦੀ ਉਹ ਕੇਸਾਂ ਵਾਲੀ ਡੋਰੀ ਬੰਨ੍ਹ ਲਈ। ਅੱਜ ਵੀ ਤੁਸੀਂ ਦੇਖੋ ਫੋਟੋ ਸਰੂਪ ਜਿਹੜੇ ਗੁਰੂ ਨਾਨਕ ਦੇ ਮਹਾਰਾਜ ਦੇ ਕਈ, ਉਹ ਦਸਤਾਰ ਦੇ ਉੱਪਰ ਦੀ ਇੱਕ ਬਾਲਾਂ ਦੀ ਉਹ ਜਿਹੜੀ ਹੈ ਨਾ ਡੋਰੀ ਬੰਨੀ ਹੋਈ ਹੈ। ਲਿਆ ਕੇ ਕਹਿਣ ਤੋਂ ਭਾਵ ਭੋਜਨ ਛਕਾ ਦਿੱਤਾ ਘਰ ਦੇ ਵਿੱਚ ਬਣਾ ਕੇ। ਅੱਗੇ ਫੇਰ ਦੇਖਦੇ ਨੇ ਮਹਾਰਾਜ ਜੀ ਨੇ ਹੋਰ ਥੋੜ੍ਹੀ ਜਿਹੀ ਕਸਵੱਟੀ ਲਾ ਦਿੱਤੀ। ਉਹ ਪੁੱਤਰ ਹੈ ਜਿਹੜਾ ਭਾਈ ਲਾਲਾ ਹੈ, ਉਹ ਖੇਡਦਾ ਖੇਡਦਾ ਕਿਤੇ ਅੱਗ ਦੇ ਵਿੱਚ ਜਾ ਡਿੱਗਿਆ। ਅੱਗ ਨੇ ਆਪਣਾ ਕੰਮ ਕਰ ਦਿੱਤਾ, ਪੁੱਤਰ ਜਿਹੜਾ ਜਗ ਸੰਸਾਰ ਤੋਂ ਚਲਿਆ ਗਿਆ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਸ਼ਾਮ ਦੇ ਵਕਤ ਆਏ, ਕਹਿੰਦੇ ਲਿਆਓ ਛਕਾਓ ਪ੍ਰਸ਼ਾਦਾ। ਪ੍ਰਸ਼ਾਦਾ ਲਿਆਂਦਾ, ਪੁੱਤਰ ਅੰਦਰ ਪਿਆ, ਅਤੇ ਭਾਈ ਸੁਭਾਗੇ ਨੂੰ ਕਹਿੰਦੇ ਆਪਣਾ ਪੁੱਤਰ ਲੈ ਕੇ ਆ। ਮਹਾਰਾਜ ਉਹ ਤਾਂ ਆਰਾਮ ਕਰਦਾ, ਸੁੱਤਾ ਪਿਆ ਹੈ। ਮਹਾਰਾਜ ਕਹਿੰਦੇ ਲਿਆ ਪਹਿਲਾਂ ਉਹਨੂੰ, ਜਿੰਨਾ ਚਿਰ ਉਹ ਨਹੀਂ ਆਉਂਦਾ ਉਹਨਾਂ ਚਿਰ ਅਸੀਂ ਭੋਜਨ ਨਹੀਂ ਛਕਦੇ। ਜਾਣੀ ਜਾਣ ਸਤਿਗੁਰੂ ਜੀ ਨੂੰ ਪਤਾ ਹੈ। ਦੋਨੋਂ ਪਤੀ ਅਤੇ ਪਤਨੀ ਅੱਗੇ ਬੈਠ ਗਏ। ਸੱਚੇ ਪਾਤਸ਼ਾਹ ਫਿਰ ਤੁਸੀਂ ਆਪ ਹੀ ਜਗਾ ਲਓ, ਤੁਹਾਨੂੰ ਹੀ ਪਤਾ ਕਿੱਥੇ ਹੈ ਸਾਡਾ ਪੁੱਤਰ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ
ਉਹ ਜਿਹੜਾ ਪੁੱਤਰ ਮਰਿਆ ਪਿਆ ਸੀ ਜਲ ਦੇ ਛਿੱਟਾ ਦਿੱਤਾ, ਵਾਹਿਗੁਰੂ ਕਹਿ ਕੇ ਉਹਨੂੰ ਜਿਉਂਦਾ ਕੀਤਾ। ਫਿਰ ਉੱਥੇ ਗੁਰਬਾਣੀ ਦਾ ਉਚਾਰਨ ਕਰਿਆ ਜੋ ਮਾਰੂ ਰਾਗ ਦੀ ਪਾਵਨ ਪਿੱਤਰ ਬਾਣੀ ਹੈ। ਰਾਗ ਦੇ ਵਿੱਚ ਮਹਾਰਾਜ ਜੀ ਕਹਿੰਦੇ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਕਾਇਆ, ਬਕਾਨਾ ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤਰਾਈ, ਸਾਹਿਬ ਕਾ ਹੁਕਮ न करना जाई। माँ लाली प्यो लाला मेरा, हूँ लाले क्या जाया, लाली नाचै लाला गावै, भगत करो तेरी राया। ये शब्द महाराज जी ने उच्चारण करिया। ਕਹਿਣ ਤੋਂ ਭਾਵ ਕਸਵੱਟੀ ਲਾ ਕੇ ਦੇਖਦਾ ਆਪਣੇ ਪਿਆਰਿਆਂ ਉੱਤੇ, ਭਗਤਾਂ ਉੱਤੇ। ਭਗਤ ਕਬੀਰ ਜੀ ਦੇ ਵਿਰੋਧੀਆਂ ਨੇ ਚਿੱਠੀਆਂ ਪਾਤੀਆਂ, ਕਹਿੰਦੇ ਜੱਗ ਹੋ ਰਿਹਾ, ਹੁਣ ਲੋਕ ਸਾਧੂ ਚੱਲ ਪਏ, ਕਿਤੋਂ 50 ਆਉਂਦੇ ਨੇ, ਕਿਤੋਂ 20 ਆਉਂਦੇ ਨੇ, ਕਿਤੋਂ 100 ਸਾਧੂ ਤੁਰਿਆ ਆਉਂਦਾ ਹੈ। ਭਗਤ ਕਬੀਰ ਜੀ ਪਿੰਡ ਤੋਂ ਬਾਰ-ਬਾਰ ਤੁਰੇ ਜਾਂਦੇ, ਪੁੱਛਦੇ ਨੇ, ਸਾਧੂ ਆਉਂਦੇ ਨੇ, ਮੱਥਾ ਟੇਕਿਆ, ਬਈ ਕਿੱਧਰ ਜਾ ਰਹੇ ਹੋ? ਕਹਿੰਦੇ ਭਗਤ ਕਬੀਰ ਜੀ ਦੇ ਘਰ ਜੱਗ ਹੋ ਰਿਹਾ, ਤੁਹਾਨੂੰ ਨਹੀਂ ਪਤਾ? ਨਹੀਂ, ਸਾਨੂੰ ਨਹੀਂ ਪਤਾ ਹੈ। ਭਗਤ ਕਬੀਰ ਜੀ ਸੋਚਦੇ ਨੇ, ਓਏ ਸਾਡੇ ਘਰ ਜੱਗ, ਸਾਡੇ ਘਰ ਤਾਂ ਇੱਕ ਟਾਈਮ ਦੀ ਰੋਟੀ ਵੀ ਨਹੀਂ ਬਣਦੀ, ਅਤੇ ਇੰਨਿਆਂ ਨੂੰ ਅਸੀਂ ਭੋਜਨ ਕਿਵੇਂ ਛਕਾਵਾਂਗੇ? ਬਸ ਜਿਹੜੀ ਮਰਜ਼ ਕਰਦਾ ਰੱਬ ਦੇ ਫਕੀਰ ਮਹਾਂਪੁਰਖ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ ਸੰਤ ਬਾਬਾ ਨਰੈਣ ਸਿੰਘ ਜੀ ਮੋਹਨੀ ਮਹਾਂਪੁਰਖਾਂ ਵਰਗੇ, ਬਾਬਾ ਅਤਰ ਸਿੰਘ ਮਹਾਰਾਜ ਜੀ ਵਰਗੇ, ਉਹਨਾਂ ਨੇ ਕਹਿਤਾ ਵੀ ਅਸੀਂ ਤਾਂ ਆਹ ਕੰਮ ਕਰਤਾ। ਜਿਵੇਂ ਕੱਲ੍ਹ ਸੰਗਤ ਦੇ ਵਿੱਚ ਇੱਕ ਭੈਣ ਆਈ, ਉਹ ਕਹਿੰਦੀ ਸਾਡੇ ਘਰ ਦੇ ਵਿੱਚ ਕੋਈ ਇਹੋ ਜਿਹੀ ਕਸਵੱਟੀ ਲੱਗ ਗਈ, ਮੱਝ ਬਿਮਾਰ ਹੋ ਗਈ, ਡਾਕਟਰਾਂ ਦੇ ਲੈ ਗਏ, ਸਾਰੇ ਡਾਕਟਰਾਂ ਨੇ ਜਵਾਬ ਦਿੱਤਾ, ਲੁਧਿਆਣੇ ਵੀ ਲੈ ਗਏ, ਐਕਸਰੇ ਵੀ ਕਰਾਤੇ, ਸਭ ਕੁਝ ਕਰਾਤਾ। ਕਹਿੰਦੀ ਮੈਂ ਤਾਂ ਫਿਰ ਉਸੇ ਵਕਤ ਹੱਥ ਪੈਰ ਧੋ ਕੇ ਰੁਪਈਏ 10 ਸੀ ਮੇਰੇ ਹੱਥ ਵਿੱਚ, ਬਾਬਾ ਜੀ ਦੀ ਫੋਟੋ ਦੇ ਅੱਗੇ ਰੱਖ ਕੇ ਕਹਿ ਦਿੱਤਾ ਅਖੰਡ ਪਾਠ ਕਰਾਊਂ ਪਰ ਮੇਰੀ ਮੱਝ ਠੀਕ ਹੋ ਜਾਵੇ। ਚਲੋ ਗੱਲ ਭਰੋਸੇ ਦੀ ਹੈ, ਗੱਲ ਸ਼ਰਧਾ ਦੀ ਹੈ। ਭਰੋਸਾ ਕਹਿੰਦੀ ਇੰਨਾ ਕੁ ਵੱਜ ਗਿਆ ਮੇਰਾ, ਅਤੇ ਬਸ ਉਹ ਜਿਹੜੀ ਮੱਝ ਅੱਜ ਕੁਝ ਕੱਲ੍ਹ ਕੁਝ, ਅਤੇ ਉਹ ਕਹਿੰਦੇ ਦਿਨ ਪੈ ਕੇ ਠੀਕ ਹੋ ਗਈ। ਡਾਕਟਰਾਂ ਨੇ ਫਿਰ ਦੇਖਿਆ ਵੀ ਇਹ ਇਹੋ ਜਿਹਾ ਤੈਨੂੰ ਮਿਲਿਆ ਕੌਣ? ਉਹ ਕਹਿੰਦੀ ਉਹ ਟਿੱਬਿਆਂ ਦੇ ਵਿੱਚ ਇੱਕ ਬੈਠੇ ਨੇ ਮਹਾਂਪੁਰਖ ਸਾਡੇ ਬਾਬਾ ਨਰੈਣ ਸਿੰਘ ਜੀ, ਉਹਨਾਂ ਉੱਤੇ ਭਰੋਸਾ ਵਿਸ਼ਵਾਸ ਹੈ ਸਾਨੂੰ। ਸਭ ਤੋਂ ਵੱਡਾ ਹੀ ਜਿਹੜਾ ਮਨੁੱਖ ਦੀ ਸ਼ਰਧਾ ਹੀ ਉਹਦਾ ਗੁਰੂ ਹੈ। ਸ਼ਰਧਾ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਤੇ ਵੱਜ ਜਾਵੇ, ਸ਼ਰਧਾ ਬਾਬਾ ਅਤਰ ਸਿੰਘ ਮਹਾਰਾਜ 'ਤੇ ਵੱਜ ਜਾਵੇ, ਸ਼ਰਧਾ ਸੰਤ ਬਾਬਾ ਨਰੈਣ ਸਿੰਘ ਮਹਾਰਾਜ ਜੀ ਕਹਿੰਦੇ ਜੇ ਤੇਰੇ ਕੋਲ ਇਹ ਨਹੀਂ ਭਰੋਸਾ, ਸ਼ਰਧਾ ਨਹੀਂ ਹੈ ਨਾ, ਫਿਰ ਤੈਨੂੰ ਮਨੁੱਖ ਕੁਝ ਨਹੀਂ ਪ੍ਰਾਪਤ ਹੋਣਾ। ਭਾਵਨਾ ਤੋਂ ਬਿਨਾ ਕੈਸੇ ਪਾਵੇਂਗਾ ਜਗਦੀਸ਼ ਕੋ, ਭਾਵਨਾ ਤੋਂ ਬਿਨਾ ਕੈਸੇ ਪਾਵੇਂਗਾ ਜਗਦੀਸ਼ ਕੋ। ਮਹਾਰਾਜ ਜੀ ਕਹਿੰਦੇ ਸ਼ਰਧਾ ਤੇ ਭਾਵਨਾ। ਹੁਣ ਭਗਤ ਕਬੀਰ ਜੀ ਘਰ ਨੂੰ ਨਹੀਂ ਮੁੜੇ, ਚਿੱਠੀ ਜ਼ਰੂਰ ਪੜ੍ਹ ਲਈ ਸਾਧੂਆਂ ਤੋਂ ਫੜ ਕੇ, ਅਤੇ ਬਾਹਰ ਨੂੰ ਜਾ ਕੇ ਇੱਕ ਨਾ ਉਹ ਝਾੜ ਸੀ, ਉਹਦੇ ਝਾੜ ਦੇ ਉਹਲੇ ਬੈਠ ਕੇ ਚੌਂਕੜਾ ਮਾਰ ਲਿਆ ਅਤੇ ਧਿਆਨ ਧਰ ਲਿਆ ਵਾਹਿਗੁਰੂ ਦਾ, ਲਾਗੇ ਵਾਹਿਗੁਰੂ ਵਾਹਿਗੁਰੂ ਕਰਨ ਸੱਚੇ ਪਾਤਸ਼ਾਹ, ਜੇ ਮੇਰੇ ਘਰੋਂ ਸਾਧੂ ਭੁੱਖੇ ਮੁੜ ਗਏ ਤਾਂ ਉਹਨਾਂ ਨੇ ਮੈਨੂੰ ਨਹੀਂ ਕਹਿਣਾ, ਇਹ ਕਹਿਣਗੇ ਵੱਡਾ ਭਗਤ ਬਣਿਆ ਫਿਰਦਾ ਸੀ ਰੱਬ ਦਾ, ਰੋਟੀ ਤਾਂ ਖਵਾ ਨਹੀਂ ਸਕਿਆ, ਨਾ ਪਹਿਲਾਂ ਤੇਰਾ ਆਊਗਾ ਨਾ। ਵੱਡਾ ਭਗਤ ਬਣਿਆ ਫਿਰਦਾ ਸੀ, ਵਾਹਿਗੁਰੂ ਵਾਹਿਗੁਰੂ ਕਰਦਾ, ਭਗਤ ਕਬੀਰ ਜੀ ਨਾਂ ਲੈਂਦਾ ਸੀ, ਤਾਂ ਵੀ ਤੇਰਾ ਨਾਂ ਆਊਗਾ, ਮੇਰਾ ਨਾਂ ਤਾਂ ਦੂਜੇ ਨੰਬਰ 'ਤੇ ਆਊਗਾ। ਇਹ ਤਾਂ ਹੁਣ ਤੈਨੂੰ ਕਿਰਪਾ ਕਰਨੀ ਪਊਗੀ, ਪ੍ਰਭ ਡੋਰੀ ਹਾਥ ਤੁਮਾਰੇ, ਤੁਸੀਂ ਕਿਰਪਾ ਕਰ ਦਿਓ। ਹੁਣ ਭਗਤ ਕਬੀਰ ਜੀ ਬੈਠੇ ਨੇ, ਬਸ ਕਹਿ ਰਹੇ ਨੇ ਭੋਜਨ ਛਕਾਉਣਾ ਨਾ ਛਕਾਉਣਾ ਤੇਰੀ ਮਰਜ਼ੀ ਹੈ, ਮੈਨੂੰ ਨਹੀਂ ਹੈ, ਪਰ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਜੀ, ਮੇਰਾ ਤਾਂ ਕੁਝ ਨਹੀਂ ਗਰੀਬ ਦਾ ਜਾਣਾ ਲਾਜ ਲੱਗੂ, ਕੁਝ ਨਹੀਂ ਗਰੀਬ ਦਾ ਜਾਣਾ ਲਾਜ ਲੱਗੂ।
ਕਰਕੇ ਚਲੋ ਫਿਰ ਭਗਤ ਕਬੀਰ ਜੀ ਦੇ ਘਰ ਪਰਮਾਤਮਾ ਪ੍ਰਗਟ ਹੋਏ, ਭੋਜਨ ਵੀ ਛਕਾਇਆ। ਇਹ ਰਹਿੰਦੀ ਵਿਚਾਰ ਕੱਲ੍ਹ ਨੂੰ ਸਾਂਝੀ ਕਰਾਂ, ਕਿਉਂਕਿ ਸਮਾਂ ਹੁਣ ਜਿਹੜਾ ਜ਼ਿਆਦਾ ਹੋਣ ਲੱਗ ਗਿਆ, ਦਿਨ ਚੜ੍ਹ ਜਾਂਦਾ। ਸਮਾਪਤੀ ਦਾ ਸਮਾਂ ਜਿਹੜਾ 5:45 ਵਜੇ ਦਾ, ਹੌਲੀ ਹੌਲੀ 5:30, ਕਿਉਂਕਿ ਦਿਨ ਜਿਹੜੇ ਹੈ ਵੱਡੇ ਨੇ, ਰਾਤਾਂ ਛੋਟੀਆਂ ਨੇ। ਜੇਠ ਦੇ ਦਿਨ ਚੱਲਦੇ ਨੇ, ਇਹ ਉਹ ਮਹੀਨਾ ਵੀ ਵੱਡਾ ਹੁੰਦਾ, ਦਿਨ ਵੀ ਵੱਡੇ ਹੁੰਦੇ ਨੇ। ਤੇ ਸਤਿਗੁਰੂ ਜੀ ਕਹਿੰਦੇ ਹਰ ਜੇਠ ਜੁੜੰਦਾ ਲੋੜੀਐ, ਜਿਸ ਆਗੈ ਸਭ ਨਿਵੰਨ। ਉਸ ਪਰਮਾਤਮਾ ਦੇ ਅੱਗੇ ਜਿਹੜੀ ਸਾਰੀ ਕਾਇਨਾਤ, ਜਿਤਨੇ ਵੀ ਭੈ ਵਿੱਚ ਪਵਨ ਬਹਿ ਸਦਭਾਉ, ਸਾਰੇ ਪਰਮਾਤਮਾ ਰੱਬ ਦੇ ਅੱਗੇ ਮਹੀਨੇ, ਇਹ ਮਹੀਨੇ ਦੇ ਵਿੱਚ ਮਹਾਰਾਜ ਜੀ ਕਹਿੰਦੇ 12 ਮਹੀਨੇ ਨੇ, ਤੇ 12 ਮਹੀਨਿਆਂ ਦਾ ਲਹਿਦਾ ਫਲ ਦੱਸ ਦਿੱਤਾ। ਤੇ ਇਸ ਮਹੀਨੇ ਵਿੱਚ ਪਰਮਾਤਮਾ ਦੇ ਅੱਗੇ ਜਿਹੜਾ ਝੁਕਦਾ ਹੈ, ਸਰੀਰ ਕਰਕੇ, ਤਨ ਕਰਕੇ, ਮਨ ਕਰਕੇ, ਧਨ ਕਰਕੇ ਜਿਹੜਾ ਝੁਕਦਾ, ਉਹਦੀ ਮਨੋਕਾਮਨਾ ਮਹਾਰਾਜ ਜੀ ਪੂਰੀ ਕਰਦੇ ਨੇ। ਰਾਮਕਲੀ ਮਹਲਾ ਤੀਜਾ ਆਨੰਦ ਏਕ ਓੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪ੍ਰਭਾਰ ਭਰੀਆਂ, ਸ਼ਬਦ ਗਾਵਣ ਆਈਆਂ ਸ਼ਬਦੋਤ। ਕਹਿ ਨਾਨਕ ਨੰਦ ਸਤਿਗੁਰੂ ਮੈਂ ਪਾਇਆ ਏ। ਹਰ ਨਾਲ ਰਹੋ ਤੁਮ ਮਨ ਮੇਰੇ, ਦੁਖ ਸਭ ਵਿਸਾਰਨਾ। ਸਭ ਨਾਂਗਲਾਂ ਸਮਰੱਥ ਸੁਆਮੀ, ਸੋਖ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਿਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸੱਚਾ। ਕਰ ਸ਼ਾਂਤ ਸੁਖ ਮਨ ਵਸਿਆ, ਜਿਨੀ ਇੱਛਾ ਸਭ ਬਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ, ਪਿਆਰੋ ਸੱਚਾ। ਕਰ ਸੁਭਗ ਸ਼ਬਦ ਵਾਜੇ, ਕਲਾ ਜਿਤ ਕਰਤਾਰੀਆ। ਤੁਧ ਕਰਮ ਪਾਇਆ ਤੁਜਨ ਕੋ, ਸੇ ਨਾਮ ਹਰ ਕੈ ਲਾਗੇ। ਨਾਦ ਸੁਨੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੁਣਤੇ ਬਨੀਤ ਕਹਤੇ, ਪਵਿੱਤ ਸਤਿਗੁਰੇ ਆ ਭਰਪੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਫਤਿਹ।